KTN प्राइम न्यूज़ ਵੱਲੋਂ ਆਪ ਸਭ ਦਾ ਸਵਾਗਤ ਹੈ। ਅੱਜ ਦਾ ਮੁੱਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੁਫਤਖੋਰੀ ਦੇ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣਾ। ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਪੰਜਾਬ ਦੇ ਲੋਕ ਕਿਸ ਦਿਸ਼ਾ ਵੱਲ ਜਾ ਰਹੇ ਹੈ, ਚਰਚਾ ਕਰਾਂਗੇ। ਪੰਜਾਬ ਦੇ ਲੋਕ ਮਿਹਨਤਕਸ਼ ਅਤੇ ਦਲੇਰ ਕੌਮ ਮੰਨੀ ਜਾਂਦੀ ਹੈ। ਸਰਹੱਦੀ ਇਲਾਕਾ ਹੋਣ ਦੇ ਨਾਲ-ਨਾਲ ਜਿੱਥੇ ਹਮੇਸ਼ਾ ਬਾਹਰੀ ਅਤੇ ਅੰਦਰੂਨੀ ਹਮਲਿਆਂ ਦਾ ਡਰ ਰਹਿੰਦਾ ਹੈ, ਉਹਨਾਂ ਹਮਲਿਆਂ ਨੂੰ ਦਲੇਰੀ ਦੇ ਨਾਲ ਜਿੱਥੇ ਉਹ ਹੰਡਾਉਂਦੇ ਨੇ, ਉੱਥੇ ਨਾਲ ਹੀ ਮਿਹਨਤ ਮਜ਼ਦੂਰੀ ਕਰਕੇ, ਮਿਹਨਤਕਸ਼ ਕੰਮ ਕਰਕੇ ਆਪਣੇ ਹੱਡ ਭੰਨ ਕੇ ਆਪਣੇ ਪਰਿਵਾਰਾਂ ਦਾ, ਆਪਣੇ ਜੀਆਂ ਦਾ ਪਾਲਣ ਪੋਸ਼ਣ ਵੀ ਕਰਦੇ ਨੇ। ਪੰਜਾਬ ਦੇ ਲੋਕ ਅਜਿਹੇ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਆਪਣੀ ਮਿਹਨਤ ਦੇ ਨਾਲ, ਆਪਣੀ ਮਜ਼ਦੂਰੀ ਦੇ ਨਾਲ, ਖੇਤਾਂ ਦੇ ਵਿੱਚ ਕੰਮ ਕਰਕੇ, ਚਾਹੇ ਦਿਹਾੜੀਆਂ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਹੈ, ਪਰ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰ ਮੌਜੂਦਾ ਸਮੇਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਮੁਫਤਖੋਰੀ ਦੀ ਆਦਤ ਪਾ ਰਹੀ ਹੈ। ਆਏ ਦਿਨ ਹਰ ਇੱਕ ਸਿਆਸੀ ਪਾਰਟੀ ਵੱਖਰੇ ਐਲਾਨ ਕਰ ਰਹੀ ਹੈ। ਕੋਈ ਸਿਆਸੀ ਪਾਰਟੀ ਇਹ ਐਲਾਨ ਕਰਦੀ ਹੈ ਕਿ ਇਸ ਵਰਗ ਦਾ ਇਹ ਬਿੱਲ ਮਾਫ ਕਰ ਦਿੱਤਾ ਜਾਏਗਾ, ਤੇ ਕੋਈ ਸਿਆਸੀ ਪਾਰਟੀ ਇਹ ਐਲਾਨ ਕਰਦੀ ਹੈ ਕਿ ਉਸ ਵਰਗ ਨੂੰ ਉਹ ਚੀਜ਼ ਜਿਹੜੀ ਹੈ ਮੁਫਤ ਦਿੱਤੀ ਜਾਵੇਗੀ। ਲਾਲਚੀ ਬਣਾਏ ਜਾ ਰਹੇ ਹਨ ਤੇ ਲੋਕਾਂ ਦੇ ਵਿੱਚ ਜਿਹੜਾ ਨਾ ਆਤਮ ਸਨਮਾਨ ਜਿਹੜਾ ਵਾ ਉਹ ਘੱਟ ਹੋ ਰਿਹਾ ਹੈ। ਉਹਨਾਂ ਨੂੰ ਇਹਨਾਂ ਇਕੱਠਾ ਕਰਨ ਦਾ ਲਾਲਚ ਪੈ ਜਾਂਦਾ ਵਾ ਕਿ ਜਿਹੜਾ ਸਿਆਸੀ ਪਾਰਟੀ, ਜਿਹੜੀ ਸਿਆਸੀ ਬੰਦਾ ਕੁਝ ਵੀ ਕਿਤੋਂ ਵੀ ਦਿੰਦਾ ਵਾ ਉਹ ਲਈ ਜਾਓ। ਲੋਕ ਇਹ ਕਿਉਂ ਨਹੀਂ ਸੋਚਦੇ ਕਿ ਉਹ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਸਮਾਨ ਜਾਂ ਕੁਝ ਵੀ ਇਮਦਾਦ, ਉਹ ਟੈਂਪਰੇਰੀ ਹੈ, ਫॉर ਸਮ ਡੇਜ਼ ਹੈ, ਪੂਰੀ ਲਾਈਫ ਨਹੀਂ ਉਹ ਫੈਸਿਲਿਟੀ ਚੱਲਣੀ। ਜਿਹੜੇ ਸਿਆਸੀ ਲੋਕ ਹੈ ਉਹ ਲੋਕਾਂ ਨੂੰ ਲਾਲਚੀ ਨਾ ਬਣਾਉਣ, ਉਹਨਾਂ ਨੂੰ ਪਰਮਾਨੈਂਟ ਇੱਕ ਸਹੂਲਤ ਦੇਣ ਜਿਹੜੀ ਉਹਨਾਂ ਦੇ ਸਮੇਂ ਵੀ ਚੱਲੇ ਤੇ ਉਹਨਾਂ ਤੋਂ ਬਾਅਦ ਵੀ ਚੱਲੇ। ਆਉਣ ਵਾਲੀਆਂ ਸਰਕਾਰਾਂ ਵੀ ਜਿਹੜੀਆਂ ਵਾ ਉਹਨੂੰ ਬਦਲ ਨਾ ਸਕਣ। ਜਿਵੇਂ ਪੰਜਾਬੀ ਜਿਹੜੇ ਨਾ ਬਹੁਤ ਮਿਹਨਤ ਕਿਰਤ ਕਰਦੇ ਆ ਤੇ ਵੰਡ ਕੇ ਛਕਦੇ ਆ, ਉਹਨਾਂ ਦੀ ਇੱਕ ਇਹ ਖਾਸੀਅਤ ਮੰਨੀ ਜਾਂਦੀ ਹੈ। ਤੇ ਉਹਨਾਂ ਪੰਜਾਬੀਆਂ ਨੂੰ ਲਾਲਚੀ ਪ੍ਰਵਿਰਤੀ ਨਹੀਂ ਰੱਖਣੀ ਚਾਹੀਦੀ। ਮੁਫਤਖੋਰੀ ਦੀਆਂ ਚੀਜ਼ਾਂ ਨਾ ਲੈ ਕੇ ਸਿਆਸੀ ਬੰਦੇ ਜੇ ਉਹਨਾਂ ਨੂੰ ਕੋਈ ਆਫਰ ਕਰਦੇ ਆ, ਉਹ ਉਹਨਾਂ ਕੋਲ ਪਰਮਾਨੈਂਟ ਜਿਹੜੀ ਚੀਜ਼ ਉਹਨਾਂ ਦੀ ਲਾਈਫ ਪਰ ਚੱਲਣੀ ਹੈ ਉਹ ਮੰਗਣ। ਜਿਵੇਂ ਕਿ ਕਿਸੇ ਕਿੱਤੇ ਦੀ ਟ੍ਰੇਨਿੰਗ ਔਰ ਕਿਸੇ ਬਿਜ਼ਨਸ ਨੂੰ ਸਟਾਰਟ ਕਰਨ ਵਾਸਤੇ ਕੋਈ ਸਹਾਇਤਾ ਜਿਹੜੀ ਪੱਕੇ ਤੌਰ 'ਤੇ ਹੋਵੇ ਕਿ ਇੱਕ ਵਾਰੀ ਉਹਦਾ ਕਾਰੋਬਾਰ ਚੱਲੇ ਤੇ ਫਿਰ ਸਾਰੀ ਜ਼ਿੰਦਗੀ ਚੱਲਦਾ ਹੀ ਰਹੇ, ਉਹ ਸਹੂਲਤ ਲੈਣ। ਜਿਹੜੇ ਸਿਆਸੀ ਬੰਦੇ ਆ ਨਾ, ਉਹ ਟੈਂਪਰੇਰੀ ਕੁਛ ਉਹਨਾਂ ਨੂੰ ਰਿਲੈਕਸੇਸ਼ਨ ਜਾਂ ਕੁਛ ਚੀਜ਼ਾਂ ਆਫਰ ਕਰਦੇ ਨੇ ਤੇ ਲੋਕ ਉਹਨੂੰ ਝਟਪਟ ਸਵੀਕਾਰ ਕਰ ਲੈਂਦੇ ਨੇ ਕਿ ਚਲੋ ਅੱਜ ਜੋ ਵੀ ਆਉਂਦਾ ਵਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸ਼ਾਇਦ ਉਹਨਾਂ ਦੀ ਇਹ ਸੋਚ ਹੁੰਦੀ ਹੈ, ਪਰ ਅਜਿਹੇ ਲੋਕਾਂ ਨੂੰ ਮੈਂ ਇੱਕ ਐਡਵਾਈਸ ਕਰਨਾ ਚਾਹਾਂਗੀ ਕਿ ਉਹ ਚੀਜ਼ਾਂ ਜਿਹੜੀਆਂ ਸਵੀਕਾਰ ਕਰੋ ਜਿਹਦੇ ਨਾਲ ਤੁਹਾਡਾ ਇੱਕ ਜੀਵਨ ਭਰ ਦਾ ਰੋਜ਼ਗਾਰ ਚੱਲੇ, ਤੁਹਾਨੂੰ ਪੱਕੀ ਸਹੂਲਤ ਮਿਲੇ। ਨਹੀਂ, ਜਿਹੜੀਆਂ ਇਹ ਸਹੂਲਤਾਂ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਰਹੀਆਂ ਵਾ, ਐਨੀ ਵੀ ਪਾਰਟੀ, ਕੋਈ ਵੀ ਪਾਰਟੀ ਹੈ, ਉਹ ਸਿਰਫ 2022 ਦੇ ਇਲੈਕਸ਼ਨਾਂ ਦੀ ਸਹੂਲਤਾਂ ਦੇ ਰਹੀਆਂ ਵਾ ਪਬਲਿਕ ਨੂੰ ਫਿਸਲਾਉਣ ਵਾਸਤੇ, ਕਿ ਪਬਲਿਕ ਨੂੰ ਇਹ ਸਹੂਲਤਾਂ ਦੇ ਕੇ ਗੁੰਮਰਾਹ ਕਰ ਰਹੀਆਂ ਵਾ। ਜਦ ਕਿ ਹਰ ਇੱਕ ਪਾਰਟੀ ਕੋ ਹਰ ਇੱਕ ਮੈਨੇਜਮੈਂਟ ਕਰਨ ਵਾਸਤੇ ਚੀਜ਼ ਹੁੰਦੀ ਹੈ, ਇਹਨਾਂ ਕੋ ਮੈਨੇਜਮੈਂਟ ਵਾਲੇ ਵਿੱਚ ਬੰਦੇ ਹੀ ਨਹੀਂ ਹੈ ਕਿ ਜਿਹੜਾ ਪਹਿਲੋਂ ਪਲਾਨ ਕੀਤਾ ਜਾਏ। ਹੁਣ ਥੋੜ੍ਹੇ ਦਿਨ ਰਹਿ ਗਏ ਨੇ, ਹੁਣ ਇਹ ਪਾਰਟੀ ਸਾਰਿਆਂ ਨੂੰ ਕਰਕੇ ਖਰਾਬ ਕਰ ਰਹੇ ਨੇ, ਜਿਹਦੇ ਨਾਲ ਤਾਂ ਆਉਣ ਵਾਲਾ ਭਵਿੱਖ ਖਰਾਬ ਹੋ ਸਕਦਾ ਵਾ। ਕਿਉਂਕਿ ਜਦੋਂ ਹਰ ਬੰਦੇ ਨੂੰ ਫ੍ਰੀ ਸਹੂਲਤਾਂ ਦੇ ਦਿੱਤੀਆਂ ਗਈਆਂ ਤੇ ਉਹ ਬੰਦੇ ਨੇ ਕੰਮ ਕਰਨ ਜੋਗਾ ਹੀ ਨਹੀਂ ਰਹਿਣਾ। ਇਹਦੇ ਨਾਲ ਚੰਗਾ ਪਲਾਨ ਕੀਤੇ ਜਾਣ, ਨੌਕਰੀਆਂ ਦਿੱਤੀਆਂ ਜਾਣ, ਬੰਦਿਆਂ ਨੂੰ ਸੈਟਿੰਗ ਕੀਤੀ ਜਾਵੇ। ਉਹ ਇਹਨਾਂ ਕੋਲ ਮੈਨੇਜਮੈਂਟ ਵਾਲਾ ਕਿਸੇ ਪਾਰਟੀ ਕੋ ਹੈ ਨਹੀਂ ਕੁਛ ਮੁੱਦਾ, ਸਿਰਫ ਇਹਨਾਂ ਕੋਲ ਸਿਰਫ ਪਲਾਨ ਹੀ ਚੋਚਲਾਵਾ, ਜਿਹੜੇ ਹਰ ਵਾਰੀ ਹਰ ਇਲੈਕਸ਼ਨਾਂ ਦੇ ਇੱਦਾਂ ਹੀ ਹੁੰਦਾ ਵਾ। ਇਸ ਵਾਰ ਵੀ ਇਹ ਕਰਨਾ ਚਾਹ ਰਹੇ ਨੇ, ਹਰ ਪਾਰਟੀਆਂ ਇਹੋ ਕਰਨੀਆਂ ਚਾਹ ਰਹੀਆਂ ਕਿ ਪਬਲਿਕ ਨੂੰ ਆਪਾਂ ਫਿਸਲਾ ਲਈਏ, ਚੋਚਲੇ ਦੇ ਕੇ। ਉਹ ਵੀ ਉਸ ਤੋਂ ਬਾਅਦ ਇਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਉਹ ਵੀ ਚੋਚਲੇ ਬੰਦ ਕਰ ਦੇਣੇ। ਬੇਸ਼ੱਕ ਇਹ ਇਲੈਕਸ਼ਨ ਸਟੰਟ ਹੀ ਕਿਉਂ ਨਾ ਹੋਣ, ਪਰ ਫਿਰ ਵੀ ਜੇਕਰ ਹਰ ਇੱਕ ਇਨਸਾਨ ਨੂੰ ਕੋਈ ਵੀ ਚੀਜ਼ ਮੁਫਤ ਦਿੱਤੀ ਜਾਵੇਗੀ ਤਾਂ ਉਸ ਦਾ ਨਿਕੰਮੇ ਹੋਣਾ ਲਾਜ਼ਮੀ ਹੈ। ਭਵਿੱਖ ਵਿੱਚ ਉਹ ਕੋਈ ਕੰਮ ਕਰਨ ਜੋਗਾ ਨਹੀਂ ਰਹੇਗਾ। ਜੇਕਰ ਹਰ ਇੱਕ ਸਿਆਸੀ ਪਾਰਟੀ ਹਰ ਇੱਕ ਲੋਕਾਂ ਨੂੰ
ਇਸ ਤਰ੍ਹਾਂ ਹੀ ਮੁਫਤ ਸਹੂਲਤਾਂ ਦਿੰਦੀ ਰਹੀ। ਕਿਸੇ ਦੀ ਕੋਈ ਚੀਜ਼ ਮਾਫ ਕਰ ਦਿੱਤੀ, ਕਿਸੇ ਦੇ ਬਿੱਲ ਮਾਫ ਕਰ ਦਿੱਤੇ, ਕਿਸੇ ਨੂੰ ਕੋਈ ਸਹੂਲਤ ਦਿੱਤੀ, ਕਿਸੇ ਨੂੰ ਮੁਫਤ ਕੋਈ ਚੀਜ਼ ਪ੍ਰਦਾਨ ਕਰ ਦਿੱਤੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜੋ ਮਿਹਨਤਕਸ਼ ਲੋਕ ਨੇ ਉਹ ਨਿਕੰਮੇ ਹੋ ਜਾਣਗੇ। ਮਿਹਨਤਕਸ਼ ਲੋਕ ਆਰਾਮ ਨਾਲ ਘਰਾਂ ਦੇ ਵਿੱਚ ਬੈਠ ਜਾਣਗੇ, ਬੇਰੁਜ਼ਗਾਰੀ ਹੋਰ ਵਧੇਗੀ। ਤਾਂ ਆਉਣ ਵਾਲਾ ਭਵਿੱਖ ਕਿਹੋ ਜਿਹਾ ਨਜ਼ਰ ਆਏਗਾ, ਇਹ ਤੁਸੀਂ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ। ਵੱਖ-ਵੱਖ ਸਿਆਸੀ ਪਾਰਟੀਆਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀ ਮੁਫਤਖੋਰੀ ਦੇ ਲਾਲਚ ਦੇ ਰਹੇ ਨੇ, ਪਰ ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਲਾਲਚਾਂ ਦੇ ਵਿੱਚ ਫਸਦੇ ਜਾ ਰਹੇ ਨੇ। ਕਦੀ ਸੋਚਿਆ ਕਿ ਇਹ ਪਾਰਟੀਆਂ ਜੋ ਤੁਹਾਨੂੰ ਅੱਜ ਮੁਫਤਖੋਰੀ ਦੀ ਆਦਤ ਪਾ ਰਹੀਆਂ ਨੇ, ਇਹ ਕਿੱਥੋਂ ਵਸੂਲਣਗੇ? ਤੁਹਾਡੇ ਕੋਲੋਂ ਹੀ ਵਸੂਲਣਗੇ, ਕਿਉਂਕਿ ਅੱਜ ਜੋ ਕੁਛ ਵੀ ਤੁਸੀਂ ਮੁਫਤ ਵਿੱਚ ਲੈ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਇਹੀ ਪਾਰਟੀਆਂ ਤੁਹਾਡੇ ਕੋਲੋਂ ਇਹਦਾ ਵਸੂਲ ਕਰੇਗੀ। ਕਿਉਂਕਿ ਜਦੋਂ ਵੀ ਅਸੀਂ ਆਪਣੇ ਦਿਨ ਦੀ ਰੂਟੀਨ ਸ਼ੁਰੂ ਕਰਦੇ ਹਾਂ ਤੇ ਅਸੀਂ ਟੈਕਸ ਦੇ ਰੂਪ ਵਿੱਚ ਬਹੁਤ ਕੁਝ ਸਰਕਾਰ ਨੂੰ ਦੇ ਚੁੱਕੇ ਹੁੰਦੇ ਹਾਂ। ਚਾਹੇ ਅਸੀਂ ਇੱਕ ਬ੍ਰਸ਼ ਕਰਦੇ ਹਾਂ ਸਵੇਰੇ ਉੱਠ ਕੇ, ਤੇ ਜੋ ਬ੍ਰਸ਼ ਦੇ ਉੱਪਰ ਪੇਸਟ ਲਗਾਉਂਦੇ ਹਾਂ ਜਾਂ ਕੋਈ ਬ੍ਰਸ਼ ਲੈਂਦੇ ਹਾਂ, ਤੇ ਉਸ ਦੀ ਵੀ ਅਸੀਂ ਟੈਕਸ ਦੇ ਰੂਪ ਵਿੱਚ ਭੁਗਤਾਨ ਕਰ ਚੁੱਕੇ ਹੁੰਦੇ ਹਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟੈਕਸ ਸਰਕਾਰਾਂ ਵੱਖ-ਵੱਖ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਟੈਕਸ ਲਗਾ ਕੇ ਇਹੀ ਜੋ ਮੁਫਤ ਤੁਹਾਨੂੰ ਪ੍ਰਦਾਨ ਕੀਤਾ ਗਿਆ ਹੈ, ਮੁਫਤ ਪੈਸੇ ਦਿੱਤੇ ਗਏ ਆ, ਮੁਫਤ ਬਿੱਲ ਦਿੱਤੇ ਗਏ ਨੇ, ਮੁਫਤ ਸਹੂਲਤਾਂ ਦਿੱਤੀਆਂ ਗਈਆਂ ਹੈ, ਇਹਨਾਂ ਦਾ ਜੋ ਭੁਗਤਾਨ ਨੇ ਉਹ ਤੁਹਾਡੇ ਕੋਲੋਂ, ਤੁਹਾਡੇ ਹੀ ਸਿਰ ਤੋਂ ਉਹ ਪੂਰਾ ਕਰੇਗੀ, ਤੁਹਾਡੇ ਕੋਲੋਂ ਟੈਕਸ ਲੈ ਕੇ ਉਹ ਪੂਰਾ ਕਰੇਗੀ। ਹਾਂ, ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦਾ ਇੱਕ ਤਬਕਾ ਅਜਿਹਾ ਹੈ ਜਿਸ ਨੂੰ ਸਰਕਾਰੀ ਸਹੂਲਤਾਂ ਦੀ ਜ਼ਰੂਰਤ ਹੈ। ਉਹਨਾਂ ਨੂੰ ਉਹ ਸਹੂਲਤ ਮਿਲਣੀ ਵੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਸਹੂਲਤਾਂ ਦੀ ਜ਼ਰੂਰਤ ਹੈ, ਪਰ ਦੇਖਿਆ ਜਾਵੇ ਤੇ ਮੌਜੂਦਾ ਸਮੇਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਆਮ ਲੋਕਾਂ ਨੂੰ ਸਹੂਲਤਾਂ ਘੱਟ ਅਤੇ ਲਾਲਚ ਜ਼ਿਆਦਾ ਦੇ ਰਹੀ ਹੈ। ਮਕਸਦ ਸਿਰਫ ਇੱਕੋ ਹੈ, ਵੋਟ ਬੈਂਕ ਇਕੱਠਾ ਕਰਨਾ, ਚਾਹੇ ਉਹ ਲਾਲਚ ਦੇ ਕੇ ਕਰ ਲਓ, ਚਾਹੇ ਉਹ ਮੌਜੂਦਾ ਸਮੇਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ, ਤਰ੍ਹਾਂ ਤਰ੍ਹਾਂ ਦੇ ਐਲਾਨ ਦੇ ਕੇ ਕਰ ਲਓ। ਜੇ ਸਹੂਲਤ ਦੀ ਵੀ ਗੱਲ ਕੀਤੀ ਜਾਵੇ ਤਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਹੂਲਤ ਮਿਲਦੀ ਕਿੱਥੇ ਹੈ? ਸਹੂਲਤ ਤਾਂ ਸਿਰਫ ਉਹ ਲੋਕ ਲੈ ਰਹੇ ਨੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ, ਕਿਸੇ ਨਾ ਕਿਸੇ ਸਿਆਸੀ ਨੁਮਾਇੰਦੇ ਦੇ ਨਾਲ ਉਸ ਤੱਕ ਉਸ ਦੀ ਪਹੁੰਚ ਹੈ। ਜਿਸ ਦੀ ਪਹੁੰਚ ਹੈ, ਸਹੂਲਤ ਵੀ ਸਿਰਫ ਉਸ ਦੇ ਘਰ ਜਾ ਰਹੀ ਹੈ। ਆਮ ਵਰਗ, ਗਰੀਬ ਲੋਕ, ਜੋ ਮਿਹਨਤਕਸ਼ ਲੋਕ ਨੇ, ਜੋ ਰੋਜ਼ ਦਿਹਾੜੀ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਉਹਨਾਂ ਨੂੰ ਸਹੂਲਤ ਕਦੀ ਨਹੀਂ ਦਿੱਤੀ ਜਾਂਦੀ। ਉਹ ਅੱਜ ਵੀ ਬਦ ਨਾਲੋਂ ਬੱਤਰ ਜ਼ਿੰਦਗੀ ਗੁਜ਼ਾਰ ਰਹੇ ਨੇ। ਮੇਰੇ ਖਿਆਲ ਇਹ ਜਿਹੜੀਆਂ ਸਹੂਲਤਾਂ ਨਾ ਉੱਪਰ ਤੱਕ ਹੀ ਰਹਿ ਜਾਂਦੀਆਂ ਨੇ, ਤੇ ਆਮ ਜਨਤਾ ਜਿਹੜੀ ਹੈ ਉਹ ਇਹਨਾਂ ਤੋਂ ਵਾਂਝਿਆ ਰਹਿ ਜਾਂਦੀ ਹੈ। ਉਹਨਾਂ ਤੱਕ ਇਹ ਸਹੂਲਤਾਂ ਜਿਹੜੀਆਂ ਨਾ ਪਹੁੰਚਦੀਆਂ ਹੀ ਨਹੀਂ। ਹੁਣ ਜਿੱਦਾਂ ਅੱਜ ਦੇਖਿਆ ਜਾਏ, ਸਰਕਾਰਾਂ ਵੱਲੋਂ ਬੜੇ ਅਨਾਉਂਸਮੈਂਟ ਕੀਤੀ ਜਾ ਰਹੀਆਂ ਨੇ। ਇਹ ਅਨਾਉਂਸਮੈਂਟ ਜਿਹੜੀਆਂ ਨਾ ਇਹ ਉਹਨਾਂ ਤੱਕ ਹੀ ਰਹਿ ਜਾਂਦੀਆਂ ਨੇ ਜਿਹੜੇ ਪੋਲੀਟੀਕਲ ਬੰਦੇ ਨੇ, ਜਿਹੜੇ ਪੋਲੀਟੀਕਲ ਲੈਵਲ ਨਾਲ, ਜਿਨ੍ਹਾਂ ਦੀ ਪੋਲੀਟੀਕਲ ਜਿਹੜੇ ਪਰਸਨ ਹੈ ਜਾਂ ਕੋਈ ਮੰਤਰੀ ਹੈ ਜਾਂ ਕੋਈ ਐਮਐਲਏ ਹੈ, ਜਿਨ੍ਹਾਂ ਦੀ ਉਹਨਾਂ ਤੱਕ ਪਹੁੰਚ ਹੈ। ਪਰ ਇੱਕ ਆਮ ਵਰਗ ਹੈ ਜਿਹੜਾ ਉਹ ਤਾਂ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦਾ। ਇਹਨਾਂ ਨੂੰ ਜਿਹੜੇ ਛੋਟੇ-ਮੋਟੇ ਜਿਹੜੇ ਲੀਡਰ ਨੇ ਜਾਂ ਐਮਸੀ ਲੈਵਲ ਦੇ ਜਾਂ ਸਰਪੰਚ ਲੈਵਲ ਦੇ ਲੀਡਰ ਨੇ, ਇਹ ਤਾਂ ਉਹਨਾਂ ਨੂੰ ਉੱਥੋਂ ਤੱਕ ਜਾਣ ਹੀ ਨਹੀਂ ਦਿੰਦੇ। ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਨਾ ਮੰਗਾਂ ਨਾ ਜਾਂ ਡਿਮਾਂਡਸ ਨੇ ਉਹ ਉੱਥੇ ਦੀ ਉੱਥੇ ਹੀ ਰਹਿ ਜਾਂਦੀਆਂ ਨੇ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਹੈ ਸਹੂਲਤ ਜਿਹੜੀ ਹੈ ਉਹ ਨਹੀਂ ਮਿਲ ਪਾਉਂਦੀ। ਉਹ ਇੱਕਦਮ ਉਹਨਾਂ ਤੋਂ ਵਾਂਝਿਆ ਰਹਿ ਜਾਂਦੇ ਨੇ। ਤੇ ਸਰਕਾਰ ਹੁਣ ਜਿਹੜੀ ਆਪਣੀਆਂ ਅਨਾਉਂਸਮੈਂਟ ਕਰ ਰਹੀ ਹੈ ਉਹਦੇ ਵਿੱਚ ਵੀ ਦੇਖਣ ਵਿੱਚ ਇਹ ਮਿਲਦਾ ਪਿਆ। ਬਿਜਲੀ ਦੇ ਬਿੱਲ ਵੱਲੋਂ ਕਹਿ ਰਹੀ ਹੈ, ਬਿਜਲੀ ਦੇ ਬਿੱਲ ਜੇ ਦਫ਼ਤਰ ਵਿੱਚ ਜਾ ਕੇ ਪੁੱਛਿਆ ਜਾਏ ਤੇ ਉਹ ਕਹਿੰਦੇ ਆ ਕਿ ਬਿਜਲੀ ਦੇ ਬਿੱਲ ਤੇ ਜਿਹੜੇ 2 ਕਿਲੋਵਾਟ ਯੂਨਿਟ ਹੈ ਸਿਰਫ ਉਹਨਾਂ ਤੱਕ ਹੀ ਸੀਮਤ ਹੈਗੇ ਆ। ਬਾਕੀ ਜਿਹੜੇ ਫਾਈਨੈਂਸ਼ੀਅਲ ਜਿਹੜੇ ਇਹ ਲੋਕੀ ਨੇ ਜਿਹੜੇ ਬਹੁਤ ਜ਼ਿਆਦਾ ਵੀਕ ਨੇ ਉਹਨਾਂ ਨੂੰ ਫੇਰ ਨਹੀਂ ਮਿਲ ਪਾਉਂਦੀਆਂ, ਕਿਉਂਕਿ ਇੱਥੇ ਸਿਰਫ ਦੇਖਿਆ ਜਾਵੇ ਪੰਜਾਬ ਦੇ ਵਿੱਚ
ਇੱਕ ਪ੍ਰੋਪਰ ਜਿਹੜਾ ਜਿਹਨੂੰ ਜ਼ਰੂਰਤ ਹੈ ਉਹਨੂੰ ਇਹ ਚੀਜ਼ ਨਹੀਂ ਮਿਲ ਪਾ ਰਹੀ ਸਰਕਾਰ ਵੱਲੋਂ। ਸਿਰਫ ਮਿਲਦੀ ਕਿਹਨੂੰ ਪਈ ਹੈ ਕਿ ਜਿਨ੍ਹਾਂ ਦੇ ਕੋਈ ਪੋਲੀਟੀਕਲ ਅਪਰੋਚ ਹੈ ਜਾਂ ਕੋਈ ਲਿੰਕ ਬਣੇ ਹੋਏ ਨਾ ਉਹਨਾਂ ਨੂੰ ਮਿਲ। ਜੇ ਹੁਣ ਇਹ ਮੰਨ ਲਓ ਕਾਂਗਰਸ ਪਾਰਟੀ ਦੇ ਰਹੀ ਹੈ, ਇਹਨਾਂ ਨੇ ਆਪਣਿਆਂ ਨੂੰ ਦੇਣੇ ਆ, ਦੂਸਰਿਆਂ ਨੇ ਆਪਣਿਆਂ ਨੂੰ ਦੇਣੀਆਂ ਵਾ। ਪਬਲਿਕ ਤਾਂ ਰਹਿ ਜਾਂਦੀ, ਗਰੀਬ ਅਮੀਰ ਵਾਲੀ ਤਾਂ ਕਹਾਣੀ ਹੈ ਨਹੀਂ ਹੈ। ਆਪਣੇ ਬੰਦੇ ਸਹੂਲਤਾਂ ਲੈ ਕੇ ਨਿਕਲ ਜਾਂਦੇ ਨੇ, ਗਰੀਬ ਤੱਕ ਤੇ ਪਹੁੰਚਦਾ ਹੀ ਨਹੀਂ ਕੰਮ। ਚੰਦ ਹੀ ਗਰੀਬ ਹੁੰਦੇ ਨੇ ਜਿਨ੍ਹਾਂ ਨੂੰ ਪਹੁੰਚਦਾ, ਬਾਕੀ ਦੇ ਇਹਨਾਂ ਦੇ ਆਪਣੇ ਹੀ ਸਾਰੀਆਂ ਪਾਰਟੀਆਂ ਦੇ ਮੀਟਰ ਆਪਣੇ ਖੁਦ ਡਿਸਾਈਡ ਕਰਨਾ ਚਾਹੀਦਾ ਵਾ ਕਿ ਸਾਨੂੰ ਕਿਸ ਰਾਜ ਵਿੱਚ ਚੰਗੀ ਸਹੂਲਤ ਮਿਲੀ। ਉਹ ਜਿਸ ਰਾਜ ਦੀ ਚੰਗੀ ਸਹੂਲਤ ਮਿਲੀ ਉਸ ਰਾਜ ਤੱਕ ਮਤਲਬ ਕਿ ਉਹਨਾਂ ਤੱਕ ਸੀਮਤ ਰਹਿਣਾ ਚਾਹੀਦਾ ਵਾ। ਇਹ ਜਨਤਾ ਨੂੰ ਡਿਸੀਜਨ ਆਪ ਕਰਨਾ ਚਾਹੀਦਾ, ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਹਾਂ, ਮੈਂ ਇੱਕ ਹੋਰ ਗੱਲ ਦੱਸਣੀ ਚਾਹਾਂਗਾ ਕਿ ਯੁਗੰਡਾ ਕੰਟਰੀ, ਜਿਸ ਵਿੱਚ ਉੱਥੋਂ ਦੀ ਸਰਕਾਰ ਨੇ ਸਾਰੇ ਨਾਗਰਿਕਾਂ ਨੂੰ ਸਭ ਕੁਝ ਮੁਫਤ ਦੇਣ ਦਾ ਇੱਕ ਡਿਸੀਜਨ ਲਿਆ ਸੀ। ਹਰ ਇੱਕ ਨਾਗਰਿਕ, ਚਾਹੇ ਉਹ ਬੱਚਾ ਸੀ, ਹਰ ਇੱਕ ਵਰਗ, ਅਮੀਰ ਗਰੀਬ ਸੀ, ਉਹਨਾਂ ਨੂੰ ਮੁਫਤ ਦੇਣ ਦਾ ਉਹਨਾਂ ਨੇ ਪ੍ਰਣ ਲਿਆ ਤੇ ਉਹ ਹਰ ਇੱਕ ਸਹੂਲਤ ਜਿਹੜੀ ਹੈ ਨਾਗਰਿਕਾਂ ਨੂੰ ਮੁਫਤ ਦਿੱਤੀ ਜਾਣ ਲੱਗੀ। ਤੇ ਅੱਜ ਜੇਕਰ ਆਪਾਂ ਸਰਚ ਕਰਦੇ ਹਾਂ ਤੇ ਯੁਗੰਡਾ ਕੰਟਰੀ ਜਿਹੜੀ ਹੈ ਬਦ ਨਾਲੋਂ ਬੱਤਰ ਹਾਲਾਤਾਂ ਦੇ ਵਿੱਚ ਜੀ ਰਹੀ ਹੈ। ਸਭ ਤੋਂ ਗਰੀਬ ਕੰਟਰੀ ਜਿਹੜੀ ਹੈ ਯੁਗੰਡਾ ਕੰਟਰੀ ਹੈ। ਕੀ ਅਸੀਂ ਵੀ ਆਪਣੇ ਦੇਸ਼ ਨੂੰ ਅਜਿਹੀ ਕੰਟਰੀ ਦਾ ਇੱਕ ਨਾਮ ਦੇਣਾ ਚਾਹਾਂਗੇ? ਮੇਰੇ ਖਿਆਲ ਨਾਲ ਕਦੀ ਵੀ ਨਹੀਂ। ਵੋਟ ਦਾ ਸੰਵਿਧਾਨਿਕ ਅਧਿਕਾਰ ਜਿਸ ਦੀ ਬਹੁਤ ਵੈਲਿਊ ਹੁੰਦੀ ਹੈ। ਲੋਕ ਕੁਝ ਆਰਜੀ ਤੌਰ ਤੇ ਪ੍ਰਾਪਤ ਚੀਜ਼ਾਂ ਦੇ ਲਾਲਚ ਵਸ਼ ਇੱਕ ਕਈ ਵਾਰੀ ਨਾ ਗਲਤ ਪ੍ਰਤੀਨਿਧੀ ਚੁਣ ਲੈਂਦੇ ਹਨ, ਗਲਤ ਕੈਂਡੀਡੇਟ ਨੂੰ ਲਾਲਚ ਵਿੱਚ ਆ ਕੇ ਵੋਟ ਪਾ ਦਿੰਦੇ ਨੇ। ਤੇ ਨਤੀਜਾ ਕੀ ਨਿਕਲਦਾ ਹੈ ਕਿ ਉਹਨਾਂ ਦੇ ਵੋਟਾਂ ਦੀ ਗਿਣਤੀ ਦੇ ਆਧਾਰ ਤੇ ਉਹ ਪ੍ਰਤੀਨਿਧੀ ਕਿਸੇ ਫਲਾਂ ਪਾਰਟੀ ਵਾਸਤੇ ਚੁਣ ਲਿਆ ਜਾਂਦਾ ਹੈ ਤੇ ਫਿਰ 5 ਸਾਲ ਉਹੀ ਲੋਕ ਜਿਹੜੇ ਆ ਉਹ ਉਸੇ ਪਾਰਟੀ ਨੂੰ ਤੇ ਉਸੇ ਬੰਦੇ ਨੂੰ ਬੜਾ ਕੋਸਦੇ ਹਨ। ਤੇ ਫਿਰ ਅਜਿਹੇ ਲੋਕ ਜਿਹੜੇ ਆ ਨਾ ਉਸ ਪਾਰਟੀ ਨੂੰ ਬਲੇਮ ਨਾ ਕਰਨ, ਕਿਉਂਕਿ ਉਹਨਾਂ ਦਾ ਆਪਣਾ ਦਿਮਾਗ ਸੀ, ਆਪਣੀ ਸੋਚ ਸੀ, ਉਹਨਾਂ ਦਾ ਆਪਣਾ ਫੈਸਲਾ ਸੀ ਕਿ ਉਹਨਾਂ ਨੇ ਕੁਛ ਲੈ ਕੇ ਚੰਗੇ ਤੇ ਸਹੀ ਜਿਹੜੇ ਉਮੀਦਵਾਰ ਦੀ ਚੋਣ ਨਹੀਂ ਕੀਤੀ, ਜਿਸ ਨੇ ਕੁਝ ਆਫਰ ਕੀਤਾ ਉਸ ਦੀ ਚੋਣ ਕੀਤੀ। ਇਹ ਮੈਂ ਅਜਿਹੇ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਫਿਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਆਪਣੇ ਦੁਆਰਾ ਚੁਣੇ ਗਏ ਪ੍ਰਤੀਨਿਧੀ ਦੇ ਕੋਲੋਂ ਜੇ ਕੁਝ ਐਕਸੈਪਟ ਕੀਤਾ ਹੈ, ਉਹਨੂੰ ਵੋਟ ਪਾਇਆ ਹੈ, ਤੇ ਫਿਰ ਤੁਸੀਂ ਉਹਨੂੰ ਕਾਹਦਾ ਕੋਸਦੇ ਹੋ? ਕਿਉਂਕਿ ਡਿਸੀਜਨ ਤੁਹਾਡਾ ਸੀ, ਗਲਤ ਸੀ ਚਾਹੇ, ਪਰ ਤੁਸੀਂ ਉਹਨੂੰ ਬਲੇਮ ਗੇਮ ਨਹੀਂ ਕਰ ਸਕਦੇ। ਤੁਸੀਂ ਆਪਣੀ ਸੂਝ ਤੇ ਸਮਝ ਦੇ ਨਾਲ ਆਪਣੇ ਇਸ ਸੰਵਿਧਾਨਿਕ ਅਧਿਕਾਰ ਦੀ ਜਿਹੜੀ ਹੈ ਦੁਰਵਰਤੋਂ ਕੀਤੀ, ਸਹੀ ਪ੍ਰਯੋਗ ਸਹੀ ਬੰਦੇ ਵਾਸਤੇ ਨਹੀਂ ਕੀਤਾ। ਤੇ ਫਿਰ ਜਦੋਂ ਤੁਹਾਨੂੰ ਦੁੱਖ ਹੁੰਦੇ ਨੇ, ਤਕਲੀਫਾਂ ਹੁੰਦੀਆਂ ਨੇ, ਕੁਝ ਮਿਲਦਾ ਨਹੀਂ ਹੈ, ਕੁਝ ਤੁਹਾਡੀਆਂ ਮੁਸ਼ਕਲਾਂ ਤੁਹਾਡੇ ਬੱਚਿਆਂ ਦੀਆਂ, ਤੁਹਾਡੇ ਰੁਜ਼ਗਾਰ ਦੀਆਂ, ਤੁਹਾਡੇ ਸ਼ਹਿਰ ਦੀਆਂ ਹੱਲ ਨਹੀਂ ਹੁੰਦੀਆਂ, ਤੇ ਫਿਰ ਤੁਸੀਂ ਉਹਨਾਂ ਨੂੰ ਕਿਉਂ ਕੋਸਦੇ ਹੋ? ਇਸ ਕਰਕੇ ਸਭ ਨੂੰ ਸਲਾਹ ਦਿੰਦੀ ਹਾਂ ਕਿ ਲਾਲਚੀ ਪ੍ਰਵਿਰਤੀ ਛੱਡ ਕੇ ਆਪਣੇ ਸ਼ਹਿਰ, ਜ਼ਿਲ੍ਹੇ ਤੇ ਆਪਣੀ ਸਟੇਟ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਕਿ ਕਿਹੜਾ ਤੁਹਾਡੇ ਨਾਲ ਤੁਹਾਡੇ ਦੁੱਖਾਂ 'ਚ ਖੜਦਾ ਹੈ, ਤੁਹਾਡਾ ਸਹਿਯੋਗ ਦਿੰਦਾ ਹੈ, ਤੁਹਾਡੇ ਬੇਸਿਕ ਨੀਡਸ ਜਿਵੇਂ ਕਿ ਪੜ੍ਹਾਈ, ਤੁਹਾਡੀ ਹੈਲਥ ਔਰ ਅਦਰ ਫੈਸਿਲਿਟੀਜ਼ ਫॉर ਲਿਵਿੰਗ, ਜਿਹੜੀਆਂ ਵੀ ਜ਼ਰੂਰਤਾਂ ਹਨ ਇੱਕ ਚੰਗਾ ਜੀਵਨ ਜੀਣ ਦੇ ਲਈ, ਉਹਨਾਂ ਦੀ ਪੂਰਤੀ ਕਰਦਾ ਹੈ। ਅਜਿਹਾ ਪ੍ਰਤੀਨਿਧੀ ਚੁਣੋ ਜਿਸ ਨਾਲ ਤੁਹਾਡੇ ਬੱਚਿਆਂ ਨੂੰ ਕੱਲ ਨੂੰ ਨੌਕਰੀਆਂ ਮਿਲਣ, ਤੁਹਾਨੂੰ ਬੁਢਾਪੇ ਦੇ ਵਿੱਚ ਸਿਹਤ ਪੱਖੋਂ ਸਹੂਲਤ ਮਿਲੇ। ਇਸ ਕਰਕੇ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਸਲਾਹ ਹੈ ਕਿ ਇੱਕ ਚੰਗਾ ਪ੍ਰਤੀਨਿਧੀ ਚੁਣੋ ਜਿਹੜਾ ਤੁਹਾਡੇ ਲਈ, ਤੁਹਾਡੇ ਬੁਢਾਪੇ ਵਿੱਚ, ਤੁਹਾਡੇ ਜੀਵਨ ਵਿੱਚ ਕੰਮ ਆਉਂਦਾ ਹੈ, ਤੇ ਗਾਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਚੰਗੀ ਪੜ੍ਹਾਈ ਤੇ ਉਹਨਾਂ ਦੇ ਰੁਜ਼ਗਾਰ ਲਈ, ਉਹਨਾਂ ਦੇ ਚਾਹੂ ਪੱਖੀ ਵਿਕਾਸ ਦੇ ਲਈ ਜਿਹੜਾ ਚੰਗਾ ਕੰਮ ਕਰ ਸਕੇ। ਅਜਿਹੇ ਵਿਅਕਤੀ ਦਾ ਚੁਣਾਵ ਜਿਹੜਾ ਉਹ ਕਰੋ। ਲਾਲਚੀ ਪ੍ਰਵਿਰਤੀ ਵਿੱਚ ਆ ਕੇ ਆਪਣੀ ਕੀਮਤੀ ਵੋਟ ਅਧਿਕਾਰ ਦੀ ਦੁਰਵਰਤੋਂ, ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕੀ ਚੁਣਨਾ ਹੈ। ਕਿ ਤੁਸੀਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਲਾਲਚਾਂ ਦੇ ਵਿੱਚ ਭਰਮਾ ਕੇ ਉਹਨਾਂ ਦਾ ਸਾਥ ਦੇਣਾ ਹੈ, ਜਾਂ ਉਹਨਾਂ ਸਿਆਸੀ ਨੁਮਾਇੰਦਿਆਂ ਦੇ ਨਾਲ ਆਪਣੇ ਹੱਕ ਦੀ ਗੱਲ ਕਰਨੀ ਹੈ, ਆਪਣੀਆਂ ਮੰਗਾਂ ਦੀ ਗੱਲ ਕਰਨੀ ਹੈ, ਆਪਣੀ ਬੁਨਿਆਦੀ ਜ਼ਰੂਰਤਾਂ ਦੀ ਗੱਲ ਕਰਨੀ ਹੈ, ਆਪਣੇ ਸੁਨਹਿਰੀ ਭਵਿੱਖ ਦੀ ਗੱਲ ਕਰਨੀ ਹੈ। ਜੇਕਰ ਤੁਸੀਂ ਵੀ ਇਹਨਾਂ ਲਾਲਚਾਂ ਦੇ ਵਿੱਚ ਆ ਕੇ ਆਪਣੇ ਕੀਮਤੀ 5 ਸਾਲ ਫਿਰ ਕਿਸੇ ਹੋਰ ਦੇ ਹੱਥ ਵਿੱਚ ਫੜਾ ਦਿੱਤੇ, ਤਾਂ ਆਪਣੀ ਬਦ ਨਾਲੋਂ ਬੱਤਰ ਜ਼ਿੰਦਗੀ ਜਿਉਣ ਵਾਸਤੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਤੁਸੀਂ ਕਿਸੇ ਵੀ ਪਾਰਟੀ ਤੇ
ਪ੍ਰਸ਼ਨ ਚਿੰਨ੍ਹ ਕਦੀ ਨਹੀਂ ਲਗਾ ਸਕੋਗੇ। ਫੈਸਲਾ ਤੁਹਾਡੇ ਹੱਥ ਵਿੱਚ ਹੈ। ਦੁਬਾਰਾ ਹਾਜ਼ਰ ਹੋਵਾਂਗਾ ਇੱਕ ਹੋਰ ਮੁੱਦੇ ਦੇ ਨਾਲ। ਤਦ ਤੱਕ ਵਾਸਤੇ ਜੈ ਹਿੰਦ।